ਅਸੀਂ ਸਵੇਰ ਦੇ ਦੀਵਾਨ ਵਿੱਚ ਗੁਰੂ ਪਾਤਸ਼ਾਹ ਦੀ ਕਿਰਪਾ ਦਾ ਸਦਕਾ 51 ਨੰਬਰ ਪੌੜੀ ਦੀ ਵਿਚਾਰ ਤੱਕ ਪਹੁੰਚੇ ਸੀ। ਵਿਚਾਰ ਸੀ ਜਿਨ੍ਹਾਂ ਦਾ ਮਨ ਟਿਕ ਜਾਂਦਾ ਹੈ, ਜਿਨ੍ਹਾਂ ਦਾ ਮਨ ਸ਼ਬਦ ਗੁਰੂ ਨਾਲ ਜੁੜ ਜਾਂਦਾ ਹੈ, ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ। ਅੰਤਰ ਸੁਨੰ ਬਾਹਰ ਸੁਨੰ ਤ੍ਰਿਭਮਣ ਸੁਨਮ ਸੁਨ। ਪਹਿਲਾਂ ਸੁਨ ਸ਼ਬਦ ਦੇ ਅਰਥ ਜਾਣਨੇ ਹਰ ਇੱਕ ਲਈ ਜ਼ਰੂਰੀ ਨੇ। ਸੁਨ ਕਿਸ ਨੂੰ ਕਹਿੰਦੇ? ਜਿੱਥੇ ਬਿਲਕੁਲ ਸੁੰਨਸਾਨ ਹੋਵੇ ਉਹਨੂੰ ਅਸੀਂ ਸੁਨ ਕਹਿੰਦੇ। ਇੱਕ ਹੁੰਦਾ ਸੁਣ, ਉਹਦੇ ਸਪੈਲਿੰਗ ਹੁੰਦੇ ਨੇ ਸੱਸੇ ਨੂੰ ਸੋ ਅੰਕਣ, ਨਾਣੇ ਨੂੰ ਨਿਸਿਆਰੀ। ਜਿਵੇਂ ਰੋਜ਼ ਪਾਠ ਕਰਦੇ ਹਾਂ, ਸੁਣ ਵੱਡਾ ਆਖੇ ਸਭ ਕੋਇ, ਉਹ ਹੈ ਸੁਣ, ਜਿਹਦਾ ਮਤਲਬ ਹੈ ਸੁਣ ਸੁਣ ਕੇ। ਪਰ ਇਹਦੇ ਸਪੈਲਿੰਗ ਨੇ ਸੁਨ, ਸੱਸੇ ਨੂੰ ਸੋ ਅੰਕੜ ਟਿੱਪੀ ਨੰਨਾ ਸੁਨ। ਇਹ ਹੈ ਉਹ ਅਵਸਥਾ ਜਿਸ ਨੂੰ ਅਫੁਰ ਅਵਸਥਾ ਕਹਿੰਦੇ। ਜਦੋਂ ਮਨ ਵਿੱਚੋਂ ਲਹਿਰਾਂ ਤਿਰੰਗਾਂ ਫੁਰਨੇ ਉੱਠਣੇ ਬੰਦ ਹੋ ਜਾਣ। ਇਹ ਕਿਵੇਂ ਬੰਦ ਹੁੰਦੇ ਨੇ? ਇਹਦੇ ਬਾਰੇ ਪਹਿਲੀਆਂ ਪੌੜੀਆਂ ਵਿੱਚ ਗੁਰੂ ਪਾਤਸ਼ਾਹ ਨੇ ਸਮਝਾਉਣ ਦੀ ਕਿਰਪਾ ਕੀਤੀ। ਆਖਿਆ ਨਾਮ ਤਤ ਸਭ ਹੀ ਸਿਰ ਜਾਪੈ। ਜਿਤਨੇ ਦੁਨੀਆ ਦੇ ਧਰਮ ਕਰਮ ਨੇ ਉਹਨਾਂ ਸਭ ਤੋਂ ਸ਼੍ਰੋਮਣੀ ਕਰਮ ਨਾਮ ਹੈ। ਬਿਨ ਨਾਮੈ ਦੁੱਖ ਕਾਲ ਸੰਤਾਪੈ। ਨਾਮ ਦਾ ਪੱਲਾ ਫੜੇ ਤੋਂ ਬਿਨਾਂ, ਨਾਮ ਨਾਲ ਜੁੜੇ ਤੋਂ ਬਿਨਾਂ ਇਹ ਜਿਹੜਾ ਦੁੱਖ ਹੈ, ਇਹ ਜਿਹੜਾ ਕਾਲ ਦਾ ਡਰ ਹੈ, ਇਹ ਸੰਤਪਤ ਕਰ। ਤਤੋ ਤਤ ਮਿਲੈ ਮਨ ਮਾਨੈ। ਜਦੋਂ ਸਾਡਾ ਤੱਤ ਪਰਮਾਤਮਾ ਤੱਤ, ਕਿਉਂਕਿ ਹੈ ਤੇ ਅਸੀਂ ਉਹਦੇ ਹੀ ਅੰਸ਼ ਹਾਂ, ਜਦੋਂ ਇਹ ਅੰਸ਼ ਉਹਦੇ ਨਾਲ ਮਿਲ ਜਾਂਦੀ, ਜਿਵੇਂ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਤਤੋ ਤਤ ਮਿਲੇ ਮਨ ਮਾਨੈ। ਦੂਜਾ ਜਾਏ ਇਕਤ ਘਰ ਆਨੈ। ਉਹ ਜਿਹੜਾ ਦੂਜਾ ਭਾਵ ਸੀ, ਵਖਰੇਵਾਂ ਸੀ, ਦਵੈਤ ਭਾਵ ਸੀ, ਮੈਂ ਹੋਰ ਹਾਂ ਉਹ ਹੋਰ ਹੈ, ਇਹ ਖਤਮ ਹੋ ਗਿਆ। ਇਕਤ ਘਰ ਆਨੈ ਭਾਵ ਇੱਕ ਘਰ ਵਿੱਚ, ਇੱਕ ਹਿਰਦੇ ਵਿੱਚ ਇਕੱਠੇ ਹੋ ਗਏ। ਫਿਰ ਬੋਲੇ ਪਵਨਾ ਗਗਨ ਗਰਜੈ। ਜਦੋਂ ਫਿਰ ਸ਼ਬਦ ਦੀ ਆਵਾਜ਼ ਉੱਠਦੀ ਹੈ, ਇਹ ਗਰਜਦੀ ਹੈ, ਔਰ ਇਸ ਦੀ ਗਰਜਨਾ ਦੇ ਨਾਲ ਉਹ ਜਿਹੜੇ ਫੁਰਨੇ ਕੋਈ ਥੋੜ੍ਹੇ ਬਹੁਤੇ ਵੀ ਨੇ, ਉਹ ਸਭ ਉੱਡ ਜਾਂਦੇ। ਕਿਸੇ ਮਹਾਤਮਾ ਦਾ ਜੀਵਨ ਪੜ੍ਹ ਰਿਹਾ ਸੀ, ਉਹਨਾਂ ਨੂੰ ਕਿਸੇ ਜਗਿਆਸੂ ਨੇ ਸਵਾਲ ਕੀਤਾ, ਜੀ ਜਦੋਂ ਮੈਂ ਨਿਤਨੇਮ ਕਰਦਾ, ਪਾਠ ਕਰਦਾ, ਅੱਗੇ ਪਿੱਛੇ ਫੁਰਨੇ ਨਹੀਂ ਆਉਂਦੇ, ਪਰ ਜਦੋਂ ਮੈਂ ਬਾਣੀ ਪੜ੍ਹਨ ਲੱਗਦਾ ਫਿਰ ਫੁਰਨੇ ਆ ਜਾਂਦੇ ਨੇ। ਔਰ ਇਹ ਮੇਰੇ ਖਿਆਲ ਵਿੱਚ ਤੁਹਾਡੇ ਮੇਰੇ ਸਾਰਿਆਂ ਨਾਲ ਇਹ ਅਵਸਥਾ ਬੀਤਦੀ। ਉਹ ਕਹਿਣ ਲੱਗੇ ਵੀ ਇਸ ਤਰ੍ਹਾਂ ਕਰੋ, ਜਦੋਂ ਇਹੋ ਜਿਹੀ ਅਵਸਥਾ ਬਣ ਜਾਏ ਫਿਰ ਪਾਠ ਉੱਚੀ ਉੱਚੀ ਕਰੋ। ਜਦੋਂ ਤੁਸੀਂ ਉੱਚੀ ਉੱਚੀ ਪਾਠ ਕਰੋਗੇ, ਤੁਹਾਡੀ ਉਹ ਜਿਹੜੀ ਗਰਜਨਾ ਹੈ, ਤੁਹਾਡੀ ਉਹ ਜਿਹੜੀ ਆਵਾਜ਼ ਹੈ, ਉਹ ਸੁਣ ਕੇ ਇਸ ਸਰੀਰ ਰੂਪੀ ਦਰਖਤ ਉੱਤੇ ਜਿਤਨੇ ਫੁਰਨੇ ਰੂਪੀ ਪੰਛੀ ਬੈਠੇ ਹੋਣਗੇ, ਉੱਡ ਜਾਣਗੇ। ਮਿਸਾਲ ਇਹ ਦਿੱਤੀ ਕਿ ਜਿਵੇਂ ਇਸ ਦਰਖਤ ਦੇ ਥੱਲੇ ਮੈਂ ਬੈਠਾ ਹਾਂ, ਇਹਦੇ ਉੱਤੇ ਚਿੜੀਆਂ, ਪੰਛੀ ਛੋਟੇ ਵੱਡੇ ਚੂੰ ਚੂੰ ਕਰ ਰਹੇ, ਉਹ ਮੇਰਾ ਧਿਆਨ ਨਹੀਂ ਲੱਗਣ ਦਿੰਦੇ। ਪਰ ਜਦੋਂ ਮੈਂ ਉੱਚੀ ਦੇਣੀ ਓਏ ਕਰਦਾ ਹਾਂ, ਸਾਰੇ ਉੱਡ ਜਾਂਦੇ ਨੇ। ਜਦੋਂ ਅਸੀਂ ਬਾਣੀ ਨੂੰ ਬੁਲੰਦ ਆਵਾਜ਼ ਵਿੱਚ, ਉੱਚੀ ਆਵਾਜ਼ ਵਿੱਚ ਪੜ੍ਹਾਂਗੇ, ਉਹ ਫੁਰਨੇ ਖਤਮ ਹੋ ਜਾਣ। ਤੋ ਇੱਕ ਗੱਲ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਨੂੰ ਇਉਂ ਸਮਝਾਈ। ਆਖਿਆ ਤੁਸੀਂ ਤੇ ਸੁਣ ਜੰਗਲਾਂ ਵਿੱਚ ਜਾ ਕੇ ਭਾਲਦੇ, ਨਹੀਂ,
घर विच रहिंदियां गृहस्थ विच रहिंदियां इस सुन नूं प्राप्त करना है। तो जदों ये अवस्था बनेगी, बोले पवना गगन गरजै, नानक नेचल मिलन सहज। नानक जी फरमांदे ने फिर वो नेचल ना चलाए मान होने वाली अवस्था सहजे ही प्राप्त हो जाए। फिर वो स्टेज आवेगी अंतर सुनन बाहर सुनन त्रिभमन सुनम सुनन। अंदर भी सुन बाहर भी सुन, भावे मन फुरनिया विच जाएगा ही नहीं। त्रिभमन तिना लोकां विच किथे भी चले जाओ सुन जुड़ जाओगे। चौथे सुनने जो नर जाने ताको पाप न पुन्नन। जदों कोई उस परमात्मा दे नाल एक मिक हो जाएगा फिर उसनूं ना कोई पाप ना पुन। भाव उहदे अंदर ये फुरना ही नहीं फुरे। जो कुछ करना उन्हें उहदी रजा विच करना, अपनी मर्जी करनी नहीं। ये पुन पाप तो उदों हुंदे ने जदों असी अपनियां मर्जियां करते। फिर आख्या घट घट सुन का जाने भयो। उस परमात्मा की जोत का भेद सारे घटां विच वरत्या देखे। ते आदि पुरख निरंजन देव, जो जन नाम निरंजन राता, जो जन नाम निरंजन राता। नानक सोई पुरख विधाता, नानक सोई पुरख विधाता। हो सकता है कई जग्यासुआं नूं जिहड़े पिछले कई दिनों तो लगातार हाज़री भर रहे हैं उन्होंने गल समझ में आ गई। मैनू तो रोज़ देखण विच आउंदा है कि संगत विच नवे नवे शरीर शामिल होंदे ने। मैं पहले दिन कहा सी कि जिहड़ी संथा हुंदी इहदा पूरा लाभ तां हुंदा जे शुरू तो लैके अखीर तक जुड़ो। हुण फिर गुरु नानक देव पातशाह जोगियां नूं कहंदे, देखो जोगियो मूँह जबानी गल्लां विच सारे कहंदे ने सुनो सुन कह सब कोई, सुनो सुन कह सब कोई। सब कोई हर कोई कहता है कि जी अफुर अवस्था चाहिए है, अफुर अवस्था बन जाए कहते। पर यह गल किसी विरले नूं समझ आती है, अनहत सुन कहाँ ते होई, अनहत सुन कहाँ ते होई। मैं दस्या सी कि गुरबाणी विच दो अखर आउंदे ने, अनहत अनहद। ये गुरबाणी तो चुरा ले गए ते कई दुकानदारां ने, दंबियां पखंडियां ने भोले भाले लोगों नूं गुफा विच वाड़ के, भोले भोरे विच वाड़ के आओ तुहाडा अनहत सुन बजाई। बाबे ने कहा नहीं, इस तरह अनहत सुन नहीं होता। पहला अनहत का मतलब समझो। अनहत संधि छेद कर दो। हथ का मतलब है किसी चीज़ की हत्या हो जानी, खत्म हो जाना। अनहद जिहदी कोई सीमा हद हो। कहते अनहत सुन कहाँ ते होई। ओ सुन ओ अफुर अवस्था कहाँ ते होई जिहड़ी कदे गवाचे ही ना। देखो संसार विच दुख सुख तो चलते रहणगे, घाटे वाधे तो चलते रहणगे, दिन चढ़ता रहेगा रात पैंदी रहेगी तो चलते रहने। पर अनहत सुन कहाँ ते होई। ओ सुन ओ अफुर अवस्था जिहदा कदे नाश ही ना होवे। चाहे तुसी घर होवो चाहे बाहर हो, चाहे तुसी दुकान ते होवो चाहे तुसी सफ़र विच होवो, किधरे हो, वो तुहाडी सुन ना टुटे।
ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ, ਸੁਨੋ ਸੁਨ ਕਹਿ ਸਭ ਕੋਈ, ਸੁਨੋ ਸੁਨ ਕਹਿ ਸਭ ਕੋਈ। ਅਨਹਤ ਸੁਨ ਕਹਾਂ ਤੇ ਹੋਈ, ਅਨਹਤ ਸੁਨ ਕਹਾਂ ਤੇ ਹੋਈ। ਜੀ ਮੇਰਾ ਵੀ ਕਰਦਾ, ਜੀ ਤੁਹਾਡਾ ਵੀ ਕਰਦਾ, ਕੀ ਲੈਣਾ ਇਹਨਾਂ ਫੁਰਨਿਆਂ ਵਿੱਚ ਫਸ ਕੇ। ਪਰ ਨਹੀਂ, ਸਾਡੇ ਮਨ ਦੀ ਹਾਲਤ ਇਹ ਹੈ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਹੇ ਪਿਆਲੇ, ਲੋਭੀ ਜੀੜਾ ਨਾ ਥਿਰ ਨ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਟਿਕਦਾ ਹੀ ਨਹੀਂ। ਅਨਹਤ ਸੁਨ ਕਹਾਂ ਤੇ ਹੋਈ, ਉਹ ਅਫਰ ਅਵਸਥਾ ਜਿਹੜੀ ਕਦੇ ਮੁੱਕੇ ਨਾ, ਗਵਾਚੇ ਨਾ, ਟੁੱਟੇ ਨਾ, ਉਹ ਕਿਵੇਂ ਹੋਵੇ। ਹੁਣ ਪਾਤਸ਼ਾਹ ਜਵਾਬ ਦੇਣ ਲੱਗੇ, ਕਹਿੰਦੇ ਅਨਹਤ ਸੁਨ ਰਤੇ ਸੇ ਕੈਸੇ, ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਗਈ, ਸੇ ਕੈਸੇ, ਉਹ ਕਿਹੋ ਜਿਹੇ ਨੇ, ਉਹਨਾਂ ਦੇ ਲੱਛਣ, ਉਹਨਾਂ ਦੀ ਨਿਸ਼ਾਨੀ, ਉਹਨਾਂ ਦੀ ਪਛਾਣ ਕੀ। ਕਹਿੰਦੇ ਜਦੋਂ ਉਹ ਇਸ ਅਵਸਥਾ ਵਿੱਚ ਪਹੁੰਚਦੇ ਨੇ, ਫੁਰਨੇ ਮੁੱਕ ਜਾਂਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਾਂ ਸੌਖਾ ਹੀ ਤਰੀਕਾ ਦੱਸਿਆ। ਉਹ ਕਹਿੰਦੇ ਨੇ ਮੈਨੂੰ ਤਾਂ ਅਵਸਥਾ ਇਉਂ ਪ੍ਰਾਪਤ ਹੋਈ, ਮੈਂ ਤੁਹਾਨੂੰ ਵੀ ਦੱਸ ਦਿੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 410 ਅੰਗ ਤੇ ਆਸਾਵਰੀ ਮਹਿਲਾ ਪੰਜਵਾਂ ਕਰ 17, ਕਦੇ ਉਹਦਾ ਪਾਠ ਕਰਨ ਦਾ ਯਤਨ ਕਰੋ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਜਿਸ ਦਿਨ ਤੋਂ ਮੈਨੂੰ ਇਹ ਸਮਝ ਆ ਗਈ ਹੈ, ਜਿਸ ਦਿਨ ਤੋਂ ਮੈਨੂੰ ਇਹ ਨਿਸ਼ਚਾ ਹੋ ਗਿਆ ਕਿ ਕਾਰਨ ਕਰਨ ਤੂੰ ਹਾਂ, ਅਵਰ ਨ ਸੁਝੈ ਮੂੰਹਾਂ, ਸਾਰੇ ਕਾਰਨਾਂ ਦੇ ਕਰਨ ਵਾਲਾ ਤੇ ਤੂੰ ਆਪ ਹੈ। ਅਵਰ ਨ ਸੁਝੈ ਮੂੰਹਾਂ, ਤੇਰੇ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਕਾਰਨ ਕਰਨ ਤੂੰ ਹਾਂ, ਅਵਰ ਨ ਸੁਝੈ ਮੂੰਹਾਂ, ਕਰੈ ਤੋ ਹੋਈਐ ਹਾਂ। ਵੀ ਤੇਰੇ ਕੀਤਿਆਂ ਸਭ ਕੁਝ ਹੋਣਾ ਹੈ, ਫਿਰ ਮੈਨੂੰ ਚਿੰਤਾ ਕਰਨ ਦੀ ਕੀ ਲੋੜ ਹੈ। ਮੈਂ ਐਵੇਂ ਫਿਕਰ 'ਚ ਪਿਆ ਹੋਇਆ। ਕਰੈ ਤੋ ਹੋਈਐ ਹਾਂ, ਸਹਿਜ ਸੁਖ ਸੋਈਐ ਹਾਂ। ਹੁਣ ਮੈਂ ਬੇਫਿਕਰ ਹੋ ਕੇ ਸਾਂ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹਨੂੰ ਪ੍ਰੈਕਟੀਕਲੀ ਕਰਕੇ ਸਾਨੂੰ ਸਮਝਾ ਦਿੱਤਾ। ਆਖਿਆ ਜਿਹੜੇ ਉਸ ਇੱਕ ਨਾਲ ਜੁੜ ਜਾਣਗੇ, ਫਿਰ ਸੋਏ ਅਚਿੰਤਾ ਜਾਗ ਚਿੰਤਾ, ਸੋਏ ਅਚਿੰਤਾ ਜਾਗ ਅਚਿੰਤਾ। ਅਚਿੰਤਾ ਦਾ ਮਤਲਬ ਹੈ ਬੇਫਿਕਰ, ਚਿੰਤਾ ਤੋਂ ਰਹਿਤ। ਚਾਹੁੰਦੇ ਅਸੀਂ ਸਾਰੇ ਹਾਂ, ਪਰ ਮੈਂ ਤਾਂ ਦੇਖਿਆ ਕਈ ਬੰਦਿਆਂ ਨੂੰ ਨੀਂਦ ਹੀ ਨਹੀਂ ਆਉਂਦੀ। ਵਿਚਾਰੇ ਗੋਲੀਆਂ ਲੈ ਕੇ ਸੌਂਦੇ ਨੇ, ਗੋਲੀਆਂ ਖਾ ਕੇ ਸੌਂਦੇ ਨੇ, ਟੀਕੇ ਲਵਾ ਕੇ ਸੌਂਦੇ ਨੇ। ਉਹ ਨੀਂਦ ਕੋਈ ਨੀਂਦ ਨਹੀਂ ਹੈਗੀ, ਉਹ ਤਾਂ ਨਕਲੀ ਨੀਂਦ ਹੈ। ਉਹ ਤਾਂ ਜ਼ਬਰਦਸਤੀ ਨੀਂਦ ਲਿਆਉਣ ਵਾਲੀ ਗੱਲ ਹੈ। ਪਰ ਗੁਰਦੇਵ ਕਹਿੰਦੇ ਨੇ, ਜਦੋਂ ਤੋਂ ਮੈਂ ਉਸ ਦਾ ਪੱਲਾ ਫੜ ਲਿਆ, ਜਦੋਂ ਤੋਂ ਮੈਨੂੰ ਇਹ ਨਿਸ਼ਚਾ ਹੋ ਗਿਆ ਕਿ ਹੋਣਾ ਤੇ ਉਹ ਹੈ ਜੋ ਉਸਨੇ ਕਰਨਾ, ਕਹਿੰਦੇ ਹੁਣ ਮੈਂ ਬੇਫਿਕਰ ਹੋ ਗਿਆ। ਸੋਏ ਅਚਿੰਤਾ ਜਾਗ ਚਿੰਤਾ, ਸੋਏ ਅਚਿੰਤਾ ਜਾਗ ਅਚਿੰਤਾ। जहाँ कहाँ प्रभ तू वरतंता, जहाँ कहाँ प्रभ तू वरतंता। ये बड़ा सूक्ष्म सब्जैक्ट है, इसलिए ये ते सानू ज़्यादा मेहनत करनी पवे। हाँ, आखिरी अर्थ करने होने तो मैं निकल जाऊँगा, कह देंगा, पर नहीं। ਚਾਹੁੰਦੇ ਅਸੀਂ ਸਾਰੇ ਹਾਂ ਕਿ ਸਾਨੂੰ ਇਹੋ ਜਿਹੀ ਅਵਸਥਾ ਮਿਲੇ, ਪਰ ਸਾਨੂੰ ਆਪਣੇ ਗੁਰੂਆਂ ਤੋਂ ਪ੍ਰੇਰਨਾ ਲੈਣੀ ਪਵੇ।
ਤਤੀ ਤਵੀ ਤੇ ਬਹਿ ਕੇ ਵੀ ਸ਼ਾਂਤ ਨੇ, ਦੇਗ ਵਿੱਚ ਉਬਾਲਾ ਖਾਂਦੇ ਵੀ ਸ਼ਾਂਤ ਨੇ। ਐਸਾ ਕਿਉਂ? ਦੂਰੋਂ ਦੇਖਣ ਵਾਲੇ ਤੇ ਤੜਫ ਰਹੇ ਨੇ। ਪੀਰ ਮੀਆਂ ਮੀਰ ਜੀ ਵਰਗੇ ਤੜਫ ਰਹੇ ਨੇ। ਹੋਰ ਗੁਰੂ ਕੇ ਸਿੱਖ ਬੜੇ ਵਿਆਕੁਲ ਨੇ, ਪਰ ਜਿਨ੍ਹਾਂ ਨਾਲ ਸਭ ਕੁਝ ਬੀਤ ਰਿਹਾ ਉਹ ਬਿਲਕੁਲ ਸ਼ਾਂਤ ਨੇ। ਕਿਵੇਂ? ਉਹ ਕਹਿੰਦੇ ਮੈਨੂੰ ਸਮਝ ਆ ਗਈ, ਕਾਰਨ ਕਰਨ ਤੂੰ ਹਾਂ, ਅਵਰ ਨ ਸੂਝੈ ਮੂੰਹ ਹਾਂ। ਕਰੈ ਤੋ ਹੋਈਐ ਹਾਂ, ਸਹਿਜ ਸੁਖ ਸੋਈਐ ਹਾਂ। ਜਬ ਤੇ ਛੁਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ। ਪਰ ਅਸੀਂ ਆਪਣਾ ਆਪ ਛੱਡਣ ਲਈ ਤਿਆਰ ਨਹੀਂ। ਅਸੀਂ ਆਪਣੀ ਹੋਂਦ ਨੂੰ ਖਤਮ ਕਰਨ ਲਈ ਤਿਆਰ ਨਹੀਂ। ਪੜ੍ਹਦੇ ਰੋਜ਼ ਹਾਂ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਸ਼ਬਦ ਮਰੋ ਫਿਰ ਜੀਵੋ ਸਦ ਹੀ। ਤਾਂ ਫਿਰ ਮਰਨ ਨ ਹੋਈ, ਤਾਂ ਫਿਰ ਮਰਨ ਨ ਹੋਈ। ਮਹਾਰਾਜ ਫਿਰ ਆਪ ਹੀ ਕਹਿੰਦੇ ਨੇ, ਜੋਗੀਓ ਮੈਂ ਤੁਹਾਨੂੰ ਦੱਸਾਂ, ਜਿਹੜੇ ਅਨਹਤ ਅਵਸਥਾ ਵਿੱਚ ਰੰਗੇ ਜਾਂਦੇ ਨੇ ਉਹ ਕਿਹੋ ਜਿਹੇ ਨੇ, ਉਹਨਾਂ ਦੀ ਪਛਾਣ ਕੀ ਹੈ? ਅਨਹਤ ਸੁਨ ਰਤੇ ਸੇ ਕੈਸੇ, ਅਨਹਤ ਸੁਨ ਰਤੇ ਸੇ ਕੈਸੇ। ਜਿਨ੍ਹਾਂ ਭਾਗਸ਼ਾਲੀ ਮਨੁੱਖਾਂ ਨੂੰ ਅਨਹਤ ਸੁਨ ਪ੍ਰਾਪਤ ਹੋ ਗਈ, ਜਿਨ੍ਹਾਂ ਦੇ ਫੁਰਨੇ ਉੱਠਣੇ ਬੰਦ ਹੋ ਗਏ, ਸੇ ਕੈਸੇ, ਉਹ ਕਿਹੋ ਜਿਹੇ? ਉਹਨਾਂ ਦੀ ਪਛਾਣ ਕਿਵੇਂ ਹੋਵੇ? ਕਹਿੰਦੇ ਜਿਸ ਤੇ ਉਪਜੇ ਤਿਸ ਹੀ ਜੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ। ਜਿਹਦੇ ਤੋਂ ਉਹਨਾਂ ਨੇ ਜਨਮ ਲਿਆ, ਜਿਸ ਨੇ ਉਹਨਾਂ ਨੂੰ ਭੇਜਿਆ, ਉਹਦੇ ਵਰਗੇ ਹੀ ਬਣ ਗਏ। ਭਗਤਾਂ ਨੇ, ਮਹਾਂਪੁਰਖਾਂ ਨੇ ਸਾਡੀ ਸਹੂਲਤ ਲਈ ਕਈ ਗੱਲਾਂ ਸਮਝਾਈਆਂ। ਭਗਤ ਰਵਿਦਾਸ ਜੀ ਕਹਿੰਦੇ ਨੇ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨਭਉ ਭਾਉ ਨ ਦਰਸੇ। ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਰਸੈ ਨਾ ਪਰਸੇ। ਇਹ ਗੱਲ ਤੇ ਸੁਣੀ ਹੈ ਕਿ ਲੋਹਾ ਪਰਸ ਨਾਲ ਛੂਹ ਜਾਏ ਤੇ ਸੋਨਾ ਬਣ ਜਾਂਦਾ, ਪਰ ਛੂਹ ਜਾਏ ਦੀ ਕੰਡੀਸ਼ਨ ਤੇ ਹੈ ਨਾ। ਅਸੀਂ ਉੱਥੇ ਤੱਕ ਤੇ ਪਹੁੰਚਦੇ ਹੀ ਨਹੀਂ। ਅਸੀਂ ਤੇ ਥੋੜ੍ਹਾ ਜਿਹਾ ਨਿਤਨੇਮ, ਕੀਰਤਨ, ਪਾਠ, ਕਥਾ, ਵਿਚਾਰ ਆ ਜਾਏ, ਬਸ ਇੰਨੇ ਵਿੱਚ ਹੀ ਮਸਤ ਹੋ ਜਾਂਦਾ। ਜਿਹੜਾ ਬੰਦਾ ਪਹਿਲੀ ਪੌੜੀ ਤੇ ਖਲੋ ਕੇ ਆਖੇ ਮੈਂ ਪਹੁੰਚ ਗਿਆ, ਤੇ ਉਹ ਫਿਰ ਭੁਲੇਖੇ ਵਿੱਚ ਹੀ ਹੈ। ਆਖਿਆ ਤੇ ਮਾਰਗ ਤੁਰੇ ਜਾਣਦੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੀ ਸੁੰਦਰ ਇੱਕ ਰਬਾਈ ਕਹੀ। ਕਹਿੰਦੇ ਨੇ, ਮੈਂ ਸੈਰ ਕਰਦਾ ਕਰਦਾ ਕਸ਼ਮੀਰ ਦੇ ਅੰਦਰ ਇੱਕ ਚਸ਼ਮਾ ਹੈ, ਉਹਦਾ ਨਾਮ ਹੈ ਇੱਛਾ ਬਲ। ਮੈਂ ਉਹਦੇ ਕਿਨਾਰੇ 'ਤੇ ਜਾ ਕੇ ਬੈਠ ਗਿਆ। ਚਸ਼ਮਾ ਤੇ ਜਾਣਦੇ ਹੋ, ਪਹਾੜਾਂ ਦੇ ਅੰਦਰ ਖੁਦ ਰਹੋ, ਜਿੱਥੋਂ ਪਾਣੀ ਨਿਕਲੇ ਉਹਨੂੰ ਚਸ਼ਮਾ ਕਹਿੰਦੇ ਨੇ। ਉਹ ਫਿਰ ਚਸ਼ਮਾ ਹੌਲੀ ਹੌਲੀ ਪਾਣੀ ਦੀ ਲਕੀਰ ਵੱਧਦੀ 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 ਵਿਸ਼ਾਲ ਹੋ ਜਾਂਦੀ, ਅਤੇ ਫਿਰ ਉੱਪਰੋਂ ਥੱਲੇ ਡਿੱਗਦੀ ਧਰਤੀ। ਫਿਰ ਉਹ ਹੌਲੀ ਹੌਲੀ ਤੁਰੀ ਜਾਂਦੀ ਤੁਰੀ ਜਾਂਦੀ ਤੁਰੀ ਜਾਂਦੀ। ਭਾਈ ਸਾਹਿਬ ਕਹਿੰਦੇ ਨੇ, ਮੈਂ ਸੈਰ ਕਰਦਾ ਕਰਦਾ, ਸ਼ਾਮ ਦਾ ਸਮਾਂ ਸੀ, ਉਸ ਚਸ਼ਮੇ ਦੇ ਕਿਨਾਰੇ 'ਤੇ ਜਾ ਕੇ ਬਹਿ ਗਏ। ਮੈਂ ਨੀਝ ਲਾ ਕੇ ਵੇਖੀ ਜਾਂਦਾ ਵੀ ਪਾਣੀ ਆਉਂਦਾ ਹੈ, ਆਉਂਦਾ ਆਉਂਦਾ ਫਿਰ ਥੱਲੇ ਡਿੱਗਦਾ, ਔਰ ਜਦੋਂ ਉਹ ਡਿੱਗਦਾ ਧਰਤੀ 'ਤੇ ਪਹਾੜ ਤੋਂ, ਫਿਰ ਉਹਦੇ 'ਚੋਂ ਸੰਗੀਤ ਪੈਦਾ ਹੁੰਦਾ। ਉਹਨੂੰ ਸਰੋਦ ਕਹਿੰਦੇ ਨੇ।
ਆ ਇੱਕ ਸੰਗੀਤ ਹੁੰਦਾ ਜਿਹੜਾ ਹਾਰਮੋਨੀਅਮ ਵੱਜਿਆ ਤੇ ਵੱਜਿਆ ਬੰਦ ਹੋ ਗਿਆ, ਇੱਕ ਢੋਲਕੀ ਵੱਜੀ ਤੇ ਵੱਜਿਆ ਬੰਦ ਹੋ ਗਿਆ। ਉਹ ਐਸਾ ਸੰਗੀਤ ਹੈ ਜਿਹੜਾ ਕੋਈ ਸਾਜ਼ ਨਹੀਂ ਹੁੰਦਾ, ਬਸ ਮਿੱਠੀ ਮਿੱਠੀ ਧੁਨ ਚੱਲਦੀ ਰਹਿੰਦੀ। ਕਹਿੰਦੇ ਮੈਂ ਚਸ਼ਮੇ ਨੂੰ ਸਵਾਲ ਕਰ ਬੈਠਾ, ਸੰਝ ਹੋਈ, ਸੰਝ ਕਹਿੰਦੇ ਸ਼ਾਮ ਨੂੰ, ਸੰਝ ਹੋਈ ਪਰਛਾਵੇਂ ਢਲ ਗਏ, ਕਿਉਂ ਇੱਛਾ ਬਲ ਤੂੰ ਜਾਰੀ। ਸ਼ਾਮ ਹੋ ਗਈ ਹੈ, ਪਰਛਾਵੇਂ ਵੀ ਢਲ ਗਏ ਨੇ। ਹੇ ਇੱਛਾ ਬਲ ਤੂੰ ਨਹੀਂ ਥੱਕਿਆ, ਤੂੰ ਰੁਕਿਆ ਨਹੀਂ। ਸੰਝ ਹੋਈ ਪਰਛਾਵੇਂ ਢਲ ਗਏ, ਕਿਉਂ ਇੱਛਾ ਬਲ ਤੂੰ ਜਾਰੀ। ਨੈ ਸਰੋਧ ਕਰ ਰਹੀ ਉਵੇਂ ਹੀ, ਤੇ ਟੁਰਨੋਂ ਵੀ ਨਹੀਂ ਹਾਰੀ। ਨੈ ਕਹਿੰਦੇ ਤੇਰੀ ਜਿਹੜੀ ਵਖਣ ਸ਼ਕਤੀ ਹੈ ਉਹ ਉਵੇਂ ਹੀ ਚੱਲ ਰਹੀ ਹੈ, ਉਹ ਤੁਰ ਤੁਰ ਕੇ ਥੱਕੀ ਨਹੀਂ ਹੈਗੀ। ਸੈਲਾਨੀ ਤੇ ਪੰਛੀ ਮਾਲੀ, ਹਨ ਸਭ ਆਰਾਮ ਵਿੱਚ ਆਏ। ਸੈਲਾਨੀ ਕਹਿੰਦੇ ਸੈਲ ਕਰਨ ਵਾਲਿਆਂ, ਪੰਛੀ ਜਿਹੜੇ ਪੰਛੀ ਕੋਸਣਿਆਂ ਵਿੱਚੋਂ ਆਲਣਿਆਂ ਵਿੱਚੋਂ ਨਿਕਲੇ ਸਨ, ਉਹ ਵੀ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਜਿਹੜੇ ਮਾਲੀ ਬਾਗਾਂ ਵਿੱਚ ਕੰਮ ਕਰਨ ਵਾਲੇ ਸਨ, ਉਹ ਵੀ ਆਪਣੇ ਟਿਕਾਣਿਆਂ 'ਤੇ ਪਹੁੰਚ ਗਏ। ਸੈਲਾਨੀ ਤੇ ਪੰਛੀ ਮਾਲੀ, ਹਨ ਸਭ ਆਰਾਮ ਵਿੱਚ ਆਏ। ਸਹਿਮ ਸੁਆਦਲਾ ਛਾਰਿਆ ਸਾਰੇ। ਸਹਿਮ ਦਾ ਮਤਲਬ ਹੈ ਚੁੱਪਚਾਪ, ਛਾਰਿਆ ਸਾਰੇ, ਤੇ ਕੁਦਰਤ ਟਿਕ ਗਈ ਸਾਰੀ। ਹੇ ਚਸ਼ਮਾ ਤੂੰ ਕਿਉਂ ਨਹੀਂ ਟਿਕਿਆ। ਅੱਗੋਂ ਚਸ਼ਮਾ ਜਵਾਬ ਦਿੰਦਾ, ਜਵਾਬ ਤੇ ਭਾਈ ਸਾਹਿਬ ਹੀ ਦਿੰਦੇ ਰਹੇ। ਇਹ ਕਵੀ ਦਾ ਇੱਕ ਖਿਆਲ ਹੈ। ਕਹਿੰਦੇ ਭਾਈ ਸਾਹਿਬ ਮੇਰੇ ਨਾ ਟਿਕਣ ਦਾ ਕਾਰਨ ਹੈ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਨੇ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪੈ ਬਹਿੰਦੇ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਨੇ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪੈ ਬਹਿੰਦੇ। ਹੈ ਇੱਕੋ ਲਗਨ ਲੱਗੀ ਲਈ ਜਾਂਦੀ, ਹੈ ਟੋਰ ਅਨੰਤ ਉਹਨਾਂ ਦੀ। ਅਨੰਤ, ਉਹਦਾ ਅੰਤ ਹੀ ਕੋਈ ਨਹੀਂ, ਕੋਈ ਗਿਣਤੀ ਮਿਣਤੀ ਨਹੀਂ। ਵਸਲੋਂ ਉਰੇ ਮੁਕਾਮ ਨ ਕੋਈ, ਉਹ ਚਾਲ ਪਏ ਨਿਤ ਰਹਿੰਦੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋਗਿਓ ਅਨਹਤ ਸੁਨ ਰਤੇ ਸੇ ਕੈਸੇ। ਅਨਹਤ ਸੁਨ ਰਤੇ ਸੇ ਕੈਸੇ। ਜਿਸ ਤੇ ਉਪਜੇ ਤਿਸ ਹੀ ਜੈਸੇ। ਜਿਸ ਤੇ ਉਪਜੇ ਤਿਸ ਹੀ ਜੈਸੇ। ਜਿਸ ਤੋਂ ਪੈਦਾ ਹੋਏ ਉਹਦੇ ਵਰਗੇ ਹੀ ਬਣ ਗਏ। ਮੈਂ ਦੱਸ ਰਿਹਾ ਸੀ ਭਗਤ ਜੀ ਨੇ ਬੜੀ ਕਿਰਪਾ ਕੀਤੀ। ਕਹਿਣ ਲੱਗੇ ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨੁਭਵ ਭਾਵ ਨ ਦਰਸੇ। ਲੋਹਾ ਕੰਚਨ ਹਿਰਨ ਹੋਏ ਕੈਸੇ। ਲੋਹਾ ਕਿਵੇਂ ਸੋਨਾ ਬਣ ਸਕਦਾ ਹੈ, ਜੋ ਪਾਰਸੈ ਨਾ ਪਰਸੇ। ਫਿਰ ਆਪ ਹੀ ਕਹਿੰਦੇ ਨੇ ਹੇ ਪ੍ਰਮਾਤਮਾ, ਦੇਵ ਦੇਵ ਪਰਮਾਤਮਾ ਦਾ ਇੱਕ ਨਾਮ ਦੇਵ ਹੈ। ਹੇ ਪ੍ਰਕਾਸ਼ ਰੂਪ ਪਰਮਾਤਮਾ, ਸੰਸੈ ਗਾਂਠ ਨਾ ਛੂਟੈ। ਸਾਡੇ ਅੰਦਰੋਂ ਸੰਸਿਆਂ ਦੀ ਗੰਢ ਹੀ ਨਹੀਂ ਟੁੱਟਦੀ। ਕਾਮ ਕ੍ਰੋਧ ਮਾਇਆ ਮਦ ਮਤ ਸਰ, ਇਨ ਪੰਚੋਂ ਹੀ ਮਿਲ ਲੂਟੇ। ਹਮ ਵੱਡ ਕਬ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ। ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨ ਨਾਸੀ। ਸਾਡੇ ਅੰਦਰੋਂ ਇਹ ਚੀਜ਼ਾਂ ਮੁੱਕਦੀਆਂ ਹੀ ਨਹੀਂ। ਹਮ ਬੜੇ ਗਿਆਨੀ हैं, हम बड़े पंडित हैं, हम बड़े धनवान हैं, ਇਹ ਬੁੱਧ ਕਬੈ ਨ ਨਾਸ। ਇਸ ਕਰਕੇ ਅਸੀਂ ਪਰਮਾਤਮਾ ਨਾਲ ਇੱਕ ਮਿਕ ਨਹੀਂ ਹੋ ਸਕਦੇ।
ਪਰ ਜਿਨ੍ਹਾਂ ਨੇ ਗੁਰੂ ਦੀ ਸੰਗਤ ਵਿੱਚ ਆ ਕੇ ਇਹਨਾਂ ਫੁਰਨਿਆਂ 'ਤੇ ਕਾਬੂ ਪਾ ਲਿਆ, ਅਨਹਤ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ। ਓਏ ਜਨਮ ਨ ਮਰੈ ਨ ਆਵੈ ਜਾਏ, ਓਏ ਜਨਮ ਨ ਮਰੈ ਨ ਆਵੈ ਜਾਏ। आप जी आवे पढ़ते हो, क्षमा करना क्योंकि मेरी ये ड्यूटी है। आवे एक वास्ते होंदा, ਉਹਦੇ ਸਪੈਲਿੰਗ ਹੁੰਦੇ ਨੇ ਐੜੇ ਨੂੰ ਆ ਕਰਨਾ, ਬੱਬੇ ਨੂੰ ਵਹਿ ਦਿਲਾਉ। ਇੱਥੇ ਹੈ ਐੜੇ ਨੂੰ ਆ ਕਰਨਾ, ਬੱਬਾ ਹਾਏ ਨੂੰ ਹਿੱਸਿਆਰੀ। ਆਵੇਂ ਜਾਹੇ ਬਹੁਵਚਨ ਹੈ। ਜਿਹੜੇ ਫਿਰ ਇਸ ਤਰ੍ਹਾਂ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦੇ ਨੇ, ਓਏ ਜਨਮ ਨ ਮਰੈ ਨ ਆਵੈ ਜਾਹੇ, ਓਏ ਜਨਮ ਨ ਮਰੈ ਨ ਆਵੈ ਜਾਹੇ। ਨਾਨਕ ਗੁਰਮੁਖ ਮਨ ਸਮਝਾਏ, ਨਾਨਕ ਗੁਰਮੁਖ ਮਨ ਸਮਝਾਏ। ਨਾਨਕ ਜੀ ਫਰਮਾਉਂਦੇ ਨੇ, ਉਹ ਗੁਰਮੁਖ ਗੁਰੂ ਦੀ ਮੱਤ ਲੈ ਕੇ ਆਪਣੇ ਮਨ ਨੂੰ ਸਮਝਾਉਂਦੇ ਨੇ। ਦੇਖੋ ਖੇਡ ਤੇ ਸਾਰੀ ਮਨ ਦੀ ਹੈ। ਮਨ ਮੰਨ ਗਿਆ ਤੇ ਕੰਮ ਬਣ ਗਿਆ। ਜਦੋਂ ਤੀਕਰ ਮਨ ਨਹੀਂ ਮੰਨਿਆ ਕੋਈ ਕੰਮ ਨਹੀਂ। ਗੁਰੂ ਬਾਬੇ ਨੇ ਸਾਨੂੰ ਮਨ ਮਾਰਨ ਲਈ ਨਹੀਂ ਕਿਹਾ, ਮਨ ਸਵਾਰਨ ਲਈ ਕਿਹਾ। ਮਾਰਨ ਤੇ ਸਵਾਰਨ ਵਿੱਚ ਫਰਕ ਹੈ। ਮਾਰਨ ਵਾਲੇ ਤੇ ਪੁੱਠੇ ਲਟਕ ਰਹੇ ਨੇ, ਤੂਣੀਆਂ ਤਾਪ ਰਹੇ ਨੇ, ਜਲ ਧਾਰੇ ਕਰ ਰਹੇ, ਅਸੀਂ ਮਨ ਨੂੰ ਮਾਰ ਦੇਣਾ। ਪਰ ਬਾਬਾ ਜੀ ਕੀ ਕਹਿੰਦੇ ਨੇ, ਨਾ ਮਨ ਮਰੇ ਨਾ ਮਾਇਆ ਮਰੇ, ਨਾ ਮਨ ਮਰੇ ਨਾ ਮਾਇਆ ਮਰੇ। ਮਜ਼ਮੂਨ ਬੜਾ ਸੂਖਸ਼ਮ ਹੈ। ਮਨ ਦੀ ਕੋਈ ਸ਼ਕਲ ਨਹੀਂ, ਮਨ ਦੀ ਕੋਈ ਹਸਤੀ ਨਹੀਂ ਵੀ ਜਿਹਨੂੰ ਤਲਵਾਰ ਨਾਲ ਕੱਟ ਦਈਏ ਜਾਂ ਗੋਲੀ ਨਾਲ ਮਾਰ ਦਈਏ। ਆਖਿਆ ਮਨ ਮਰਦਾ ਨਹੀਂ, ਮਾਇਆ ਵੀ ਨਹੀਂ ਮਰਦੀ। ਫਿਰ ਮਹਾਰਾਜ ਤੁਸੀਂ ਆਪੇ ਹੀ ਕਹਿ ਰਹੇ ਹੋ, ਅਸੀਂ ਫਿਰ ਕਿੱਧਰ ਜਾਈਏ? ਕਹਿੰਦੇ ਨਹੀਂ, ਆਓ ਮੈਂ ਤਰੀਕਾ ਦੱਸਾਂ। ਜਿਨ ਕਿਛ ਕੀਆ ਸੋਈ ਜਾਣੈ, ਜਿਨ ਕਿਛ ਕੀਆ ਸੋਈ ਜਾਣੈ। ਸ਼ਬਦ ਵਿਚਾਰ ਭਉ ਸਾਗਰ ਤਰੈ, ਸ਼ਬਦ ਵਿਚਾਰ ਭਉ ਸਾਗਰ ਤਰੈ। ਆਖਿਆ ਜਿਹੜੇ ਫਿਰ ਸ਼ਬਦ ਦੀ ਵਿਚਾਰ ਕਰਨਗੇ ਉਹ ਆਪਣੇ ਮਨ ਨੂੰ ਸਮਝਾ ਲੈਣਗੇ। ਬਸ ਮਨ ਨੂੰ ਸਮਝਣ ਦੀ ਗੱਲ ਹੈ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ, ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਆਖਿਆ ਲੋਕ ਨਹੀਂ ਮੰਨਦੇ। ਕਬੀਰ ਜਾਂਦੇ ਫਿਰ ਲੋਕਾਂ ਦਾ ਠੇਕਾ ਲੈਣ ਦੀ, ਲੋਕੀ ਨਹੀਂ ਮੰਨਦੇ, ਨਾ ਮੰਨਣ। ਤੁਹਾਡਾ ਮਨ ਮੰਨ ਜਾਏ ਬਸ ਉਸੇ ਵੇਲੇ ਟਿਕ ਜਾਏ। ਮਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨ ਕੋਏ।